ਦੋਸਤੋ ਅੱਜ ਕੋਵਿਡ-19 ਨੂੰ ਦੁਨੀਆ ਦੇ ਵਿੱਚ ਆਏ ਹੋਏ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਵਾਇਰਸ ਦੇ ਨਾਂ ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਲਾਕਡਾਊਨਸ ਅਤੇ ਕਰਫਿਊ ਨੇ ਬਹੁਤ ਸਾਰੇ ਮਿਡਲ ਕਲਾਸ ਦੇ ਲੋਕਾਂ ਦਾ ਮੈਂਟਲੀ ਜਾਂ ਫਾਈਨੈਂਸ਼ੀਅਲੀ ਕਤਲ ਕਰ ਦਿੱਤਾ ਹੈ। ਜਬ ਤੱਕ ਦਵਾਈ ਨਹੀਂ ਤਬ ਤੱਕ ਢਿਲਾਈ ਨਹੀਂ, ਇਹ ਸਾਡੀ ਸਰਕਾਰ ਦਾ ਹੀ ਨਾਰਾ ਸੀ ਨਾ। ਫਿਰ ਅੱਜ ਵੈਕਸੀਨੇਸ਼ਨ ਦੇ ਆਉਣ ਤੋਂ ਮਹੀਨਿਆਂ ਬਾਅਦ ਵੀ ਇੰਨੀ ਸਖਤੀ ਕਿਉਂ ਵਰਤੀ ਜਾ ਰਹੀ ਹੈ? ਕੀ ਕਦੇ ਤੁਸੀਂ ਸੋਚਿਆ ਕਿ ਤੁਹਾਡੀ ਸਰਕਾਰ ਲਾਕਡਾਊਨ ਜਾਂ ਕਰਫਿਊ ਦੀ ਆੜ ਦੇ ਵਿੱਚ ਦੇਸ਼ ਵਿੱਚ ਹੋ ਰਹੀ ਪੂਅਰ ਗਵਰਨੈਂਸ, ਸੈਂਟਰ ਐਂਡ ਸਟੇਟ ਦੀ ਜ਼ੀਰੋ ਕੋਆਰਡੀਨੇਸ਼ਨ ਅਤੇ ਕੁਝ ਮਹਿਕਮਿਆਂ ਦੇ ਵਿੱਚ ਹਰ ਲੈਵਲ ਤੇ ਹੋ ਰਹੀ ਮਿਸਮੈਨੇਜਮੈਂਟ ਨੂੰ ਛੁਪਾਉਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ? ਅਤੇ ਕਿਤੇ ਇਸੇ ਕੋਸ਼ਿਸ਼ ਦੀ ਆੜ ਵਿੱਚ ਤੁਹਾਡਾ ਜਿਹੜਾ ਧਿਆਨ ਹੈ ਕਿਤੇ ਹੋਰ ਤਾਂ ਨਹੀਂ ਫੋਕਸ ਕੀਤਾ ਜਾ ਰਿਹਾ? ਪਿਛਲੇ ਸਾਲ 4 ਮਹੀਨਿਆਂ ਦੇ ਵਿੱਚ 20,000 ਰੋਜ਼ਾਨਾ ਪੋਜ਼ਿਟਿਵ ਕੇਸਾਂ ਤੋਂ ਇੱਕਦਮ ਕੇਸ ਲੋਡ ਇੱਦਾਂ ਕਿੱਦਾਂ ਵੱਧ ਗਿਆ ਕਿ ਜਿਹੜੇ ਹਰ ਸੈਕਿੰਡ ਦੇ ਵਿੱਚ 4 ਲੋਕ ਇਸ ਸਰਕਾਰੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ। ਅਤੇ ਤੁਹਾਡੇ ਆਪਣੇ, ਤੁਹਾਡੇ ਨਜ਼ਦੀਕੀ, ਤੁਹਾਡੇ ਆਪਣੇ ਦੋਸਤ ਇੱਕ ਸਾਹ ਦੇ ਲਈ ਲੜ ਰਹੇ ਨੇ। ਦੋਸਤੋ ਜਰਾ ਧਿਆਨ ਦੇ ਨਾਲ ਇਸ ਵੀਡੀਓ ਨੂੰ ਐਨਾਲਾਈਜ਼ ਕਰਿਓ ਅਤੇ ਫਿਰ ਸੋਚਿਓ ਕਿ ਗਲਤੀ ਤੁਹਾਡੀ ਹੈ ਜਿਵੇਂ ਪੋਲੀਟੀਸ਼ੀਅਨ ਕਹਿ ਰਹੇ ਨੇ, ਜਾਂ ਉਹਨਾਂ ਦੀ ਆਪਣੀ ਕਿਤੇ ਨਾ ਕਿਤੇ ਖਾਮੀ ਰਹਿ ਗਈ ਇਸ ਨੂੰ ਕੰਟਰੋਲ ਕਰਨ ਦੇ ਲਈ। ਦੋਸਤੋ ਸਾਡੇ ਦੇਸ਼ ਵਿੱਚ ਹਰ ਰੋਜ਼ ਜਿਹੜੀਆਂ ਹਜ਼ਾਰਾਂ ਮੌਤਾਂ ਹੋ ਰਹੀਆਂ ਆ ਉਹਦਾ ਕਾਰਨ ਕਰੋਨਾ ਵਾਇਰਸ ਦਾ B1617 ਨਾਂ ਦਾ ਇੱਕ ਡਬਲ ਮਿਊਟੈਂਟ ਸਟ੍ਰੇਨ ਹੈ, ਜਿਸ ਨੂੰ ਪਿਛਲੇ ਸਾਲ 5 ਅਕਤੂਬਰ 2020 ਦੇ ਵਿੱਚ ਹੀ ਡਿਟੈਕਟ ਕਰ ਲਿਆ ਗਿਆ ਸੀ। ਸਾਡੇ ਕੋਲ ਬਹੁਤ ਸਮਾਂ ਸੀ ਇਸ ਸਟ੍ਰੇਨ ਨੂੰ ਕਾਊਂਟਰ ਕਰਨ ਦਾ, ਪਰ ਸਾਡੀ ਸਰਕਾਰ ਨੇ ਸਮੇਂ ਸਿਰ ਇਸ ਵਾਇਰਸ ਦੀ ਜੀਨ ਸੀਕੁਐਂਸਿੰਗ ਹੀ ਨਹੀਂ ਕਰਾਈ ਅਤੇ ਆਪਣੀ ਗਲਤੀ ਦੇ ਕਾਰਨ ਦੇਸ਼ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਸੰਕਟ ਜਿਹੜਾ ਉਹਨੂੰ ਪੈਦਾ ਕਰ ਦਿੱਤਾ। ਦੋਸਤੋ ਇੱਕ ਰਿਪੋਰਟ ਦੇ ਮੁਤਾਬਿਕ ਸਰਕਾਰ ਨੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਕਤੂਬਰ, ਨਵੰਬਰ ਅਤੇ ਦਸੰਬਰ ਦੇ ਵਿੱਚ ਕੁਝ ਵੀ ਨਹੀਂ ਕੀਤਾ ਅਤੇ ਚੌਥੇ ਮਹੀਨੇ ਜਾਣੀ ਕਿ ਇਸ ਸਾਲ ਦੇ ਜਨਵਰੀ ਦੇ ਵਿੱਚ 10 ਲੈਬਸ ਦਾ ਕੰਸੋਰਟੀਅਮ ਬਣਾਉਣ ਦਾ ਫੈਸਲਾ ਲਿਆ, ਜੋ ਵਾਇਰਸ ਡਿਟੈਕਟ ਹੋਣ ਤੋਂ 7 ਮਹੀਨੇ ਬਾਅਦ ਵੀ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ, ਕਿਉਂਕਿ ਕੇਂਦਰ ਸਰਕਾਰ ਨੇ ਬਾਇਓਟੈਕਨੋਲੋਜੀ ਡਿਪਾਰਟਮੈਂਟ ਜਿਹੜਾ ਆ ਉਹਨੂੰ ਰਿਸਰਚ ਉੱਪਰ ਹੋਣ ਵਾਲੇ ਜਿਹੜੇ ਪੈਸੇ ਆ ਉਹਦਾ ਇੰਤਜ਼ਾਮ ਵੀ ਖੁਦ ਕਰਨ ਲਈ ਕਹਿ ਦਿੱਤਾ। ਤੇ ਉਸ ਡਿਪਾਰਟਮੈਂਟ ਨੇ ਔਖੇ ਸੌਖੇ ਹੋ ਕੇ 31 ਮਾਰਚ ਨੂੰ ਜਾਣੀ ਕਿ ਇਸ ਸਾਲ ਦੀ 31 ਮਾਰਚ ਨੂੰ 115 ਕਰੋੜ ਰੁਪਏ ਔਖੇ ਸੌਖੇ ਹੋ ਕੇ ਇਕੱਠੇ ਕਰ ਆਪਣੀ ਰਿਸਰਚ ਸ਼ੁਰੂ ਕੀਤੀ, ਪਰ ਇਸ ਗਲਤੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਚੁੱਕੀ ਸੀ। ਸਰਕਾਰ ਦੀਆਂ ਨੀਤੀਆਂ ਦੇ ਕਾਰਨ ਅੱਜ ਸਾਡਾ ਹੈਲਥ ਕੇਅਰ ਜਿਹੜਾ ਸਿਸਟਮ ਉਹ ਇੰਨੀ ਕੁ ਤਰ੍ਹਾਂ ਤਬਾਹ ਹੋ ਚੁੱਕਾ ਹੈ ਕਿ ਬਹੁਤ ਸਾਰੇ ਮਰੀਜ਼ ਹਸਪਤਾਲ ਦੀਆਂ ਬਰੂਹਾਂ ਤੇ ਇਲਾਜ ਦਾ ਇੰਤਜ਼ਾਰ ਜਿਹੜਾ ਕਰਦੇ ਦਮ ਤੋੜ ਰਹੇ ਨੇ ਅਤੇ ਜੇ ਕੋਈ ਕਿਸਮਤ ਵਾਲੇ ਨੂੰ ਹਸਪਤਾਲ ਵਿੱਚ ਬੈੱਡ ਮਿਲ ਰਿਹਾ ਹੈ ਤਾਂ ਉਸ ਵਿਚਾਰੇ ਨੂੰ ਆਕਸੀਜਨ ਦੀ ਕਮੀ ਦੇ ਨਾਲ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ। ਦੋਸਤੋ ਸਰਕਾਰ ਦੀ ਅਣਗਹਿਲੀ ਨਾ ਹੁੰਦੀ ਤਾਂ ਅੱਜ ਸਾਡੇ ਡਾਕਟਰਸ, ਬਹੁਤ ਟ੍ਰੇਨਡ ਡਾਕਟਰਸ ਆ ਸਾਡੇ ਦੇਸ਼ ਦੇ ਵਿੱਚ, ਹਜ਼ਾਰਾਂ ਜ਼ਿੰਦਗੀਆਂ ਉਹਨਾਂ ਨੇ ਬਚਾ ਲੈਣੀਆਂ ਸੀ, ਪਰ ਉਹ ਬੇਬਸ ਸੀ ਕਿਉਂਕਿ ਜੀਵਨ ਬਚਾਉਣ ਦੇ ਲਈ ਜਿਹੜਾ ਮੈਡੀਕਲ ਆਕਸੀਜਨ ਆ ਉਹ ਹਸਪਤਾਲਾਂ ਤੱਕ ਪਹੁੰਚਾਇਆ ਨਹੀਂ ਗਿਆ। ਸਰਕਾਰੀ ਹਸਪਤਾਲਾਂ ਦੇ ਵਿੱਚ ਬੈੱਡ ਦੀ ਬਹੁਤ ਜ਼ਿਆਦਾ ਸ਼ਾਰਟੇਜ ਨੇ ਉਹਨਾਂ ਨੂੰ ਬੇਬਸ ਕਰ ਦਿੱਤਾ। ਦੋਸਤੋ ਸੋਕਾ ਪੈਣ ਤੋਂ ਪਹਿਲਾਂ ਪਾਣੀ ਦੇ ਲਈ ਖੂਹ ਪੁੱਟਣਾ ਹੀ ਪੈਂਦਾ ਆ, ਸ਼ਾਇਦ ਇਹ ਬਾਹਰਲੇ ਦੇਸ਼ਾਂ ਵਾਲੇ ਚੰਗੀ ਤਰ੍ਹਾਂ ਜਾਣਦੇ ਆ। ਤਾਂ UK, US, ਯੂਰਪੀਅਨ ਯੂਨੀਅਨ ਨੇ ਜਿੰਨੇ ਵੀ ਵਰਲਡ ਦੇ ਵੈਕਸੀਨ ਮੈਨੂਫੈਕਚਰ ਸੀਗੇ ਉਹਨਾਂ ਨੂੰ ਐਡਵਾਂਸ ਫੰਡਿੰਗ ਦੇ ਕੇ ਆਪਣੀ ਵੈਕਸੀਨੇਸ਼ਨ ਜਿਹੜੀ ਉਹਨੂੰ ਬੁੱਕ ਕਰਾ ਲਿਆ। ਤੇ ਸਾਡੀ ਸਰਕਾਰ ਨੇ ਐਡਵਾਂਸ ਬੁਕਿੰਗ ਤਾਂ ਕੀ ਦੇਣੀ ਸੀ, ਸਗੋਂ ਦੇਸ਼ ਵਿਚਲੇ ਜਿਹੜੇ ਵਰਲਡ ਰਿਨੋਨਡ ਇੰਸਟੀਟਿਊਟਸ ਹੈਗੇ ਆ ਜਿਹੜੇ ਇੱਥੇ ਰਿਸਰਚ ਕਰ ਰਹੇ ਸੀ ਉਹਨਾਂ ਦੀ ਕੋਈ ਵੀ ਮਾਲੀ ਮਦਦ ਵੀ ਨਹੀਂ ਕੀਤੀ। ਭਾਰਤ ਬਾਇਓਟੈਕ ਨੇ ਆਪਣੀ ਇੰਟਰਨਲ ਰਿਸੋਰਸਿਸ ਨਾਲ ਔਖੇ ਸੌਖੇ ਹੋ ਕੇ ਵੈਕਸੀਨੇਸ਼ਨ ਬਣਾਉਣ ਵਿੱਚ ਕਾਮਯਾਬੀ ਪਾਈ।
ਤਾਂ ਦੇਸ਼ ਦੇ ਸਭ ਤੋਂ ਵੱਡੇ ਜਿਹੜਾ ਮੈਨੂਫੈਕਚਰਰ ਹੈਗਾ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ, ਜਦ ਉਹਨਾਂ ਨੂੰ ਲੱਗਿਆ ਕਿ ਸਾਡੀ ਸਮਰੱਥਾ ਵਧਾਉਣ ਦੀ ਲੋੜ ਆ, ਤੇ ਉਹਨਾਂ ਨੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਕੋਲੋਂ 2200 ਕਰੋੜ ਦੀ ਸਹਾਇਤਾ ਲਈ। ਕੀ ਸਾਨੂੰ ਸੋਚਣ ਦੀ ਲੋੜ ਹੈ ਕਿ ਉਹਨਾਂ ਨੂੰ ਬਾਹਰੋਂ ਸਹਾਇਤਾ ਲੈਣ ਦੀ ਲੋੜ ਕੀ ਪਈ? ਅਤੇ ਅਸੀਂ ਅੱਜ ਵੈਕਸੀਨੇਸ਼ਨ ਦੇ ਵਿੱਚ ਵਰਲਡ ਲੀਡਰ ਹੁੰਦੇ ਹੋਏ ਵੀ ਆਪਣੀ ਮੰਥਲੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰ ਪਾ ਰਹੇ। ਸ਼ਾਇਦ ਤਾਂ ਹੀ ਅੱਜ ਅਸੀਂ ਆਪਣੀ ਥਰਡ ਜਿਹੜੀ ਆ ਫੇਸ ਉਹਨੂੰ ਸ਼ੁਰੂ ਨਹੀਂ ਕਰ ਪਾ ਰਹੇ। ਅਤੇ ਇਸੇ ਕਾਰਨ ਨੂੰ ਪੂਰਾ ਕਰਨ ਦੇ ਲਈ ਅਸੀਂ ਇੰਟਰਨੈਸ਼ਨਲ ਮੈਨੂਫੈਕਚਰਰਸ ਨੂੰ 16 ਮਿਲੀਅਨ ਡੋਜ਼ਸ ਦੀ ਪਹਿਲੀ ਵੈਕਸੀਨ ਆਰਡਰ ਹੈ ਜਿਹੜਾ, ਉਹ ਵੀ ਜਨਵਰੀ 2021 ਦੇ ਵਿੱਚ ਦਿੱਤਾ। ਅਤੇ ਉਹ ਆਰਡਰ ਵੀ ਅਸੀਂ ਉਦੋਂ ਦਿੱਤਾ ਜਦੋਂ ਵਰਲਡ ਦੀਆਂ ਸਾਰੀਆਂ ਵੈਕਸੀਨੇਸ਼ਨ ਕੰਪਨੀਆਂ ਜਿਹੜੀਆਂ ਆ ਉਹ ਓਵਰ ਬੁੱਕ ਹੋ ਚੁੱਕੀਆਂ ਸੀਗੀਆਂ। ਕੀ ਇਹ ਗੱਲ ਸੋਚਣ ਵਾਲੀ ਨਹੀਂ ਕਿ ਸਾਡੀ ਸਰਕਾਰ ਇਹ ਅੰਦਾਜ਼ਾ ਕਿਉਂ ਨਹੀਂ ਲਗਾ ਸਕੀ ਕਿ ਦੇਸ਼ ਦੇ ਹਾਲਾਤ ਇਸ ਕਦਰ ਵਿਗੜ ਜਾਣਗੇ ਕਿ ਲੋਕਾਂ ਨੂੰ ਆਪਣੇ ਦਾ ਸੰਸਕਾਰ ਫੁੱਟਪਾਥ ਦੇ ਉੱਪਰ ਕਰਨਾ ਪੈ ਜਾਵੇਗਾ, ਸ਼ਮਸ਼ਾਨਾਂ ਦੇ ਉੱਤੇ ਲਾਈਨ ਜਿਹੜੀ ਆ ਸੰਸਕਾਰ ਦੇ ਲੱਗ ਜਾਵੇਗੀ। ਦੋਸਤੋ, ਸਾਡੇ ਦੇਸ਼ ਦੇ ਮੈਟਰੋਸ ਤੋਂ ਲੈ ਕੇ ਰਿਮੋਟ ਏਰੀਆਜ਼ ਦੇ ਵਿੱਚ ਮੈਡੀਕਲ ਆਕਸੀਜਨ ਦੀ ਜ਼ਬਰਦਸਤ ਕਿੱਲਤ ਹੈ। ਇਸ ਦੇ ਕਾਰਨ ਹਜ਼ਾਰਾਂ ਲੋਕ ਹਰ ਰੋਜ਼ ਮਰ ਰਹੇ ਨੇ। ਆਕਸੀਜਨ ਦੀ ਕਮੀ ਕਰਕੇ ਅੱਜ ਕਈ ਹਸਪਤਾਲ ਪੇਸ਼ੈਂਟਸ ਨੂੰ ਐਡਮਿਟ ਕਰਨ ਤੋਂ ਇਨਕਾਰ ਕਰ ਰਹੇ ਨੇ ਅਤੇ ਕੁਝ ਹਸਪਤਾਲਾਂ ਨੇ ਤਾਂ ਆਪਣੇ ਬਾਹਰ ਆਕਸੀਜਨ ਆਊਟ ਆਫ ਸਟਾਕ ਲਿਖ ਕੇ ਬੋਰਡ ਤੱਕ ਲਗਾ ਦਿੱਤੇ। ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 60 ਮਰੀਜ਼ ਮੌਤ ਦੀ ਕਗਾਰ ਤੇ ਪਹੁੰਚ ਗਏ। ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ 24 ਮਰੀਜ਼, ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ 6 ਮਰੀਜ਼ ਅਤੇ ਹਰਿਆਣਾ ਦੇ ਸਨੀ ਬਨ ਹਸਪਤਾਲ ਵਿੱਚ 5 ਮਰੀਜ਼ ਆਕਸੀਜਨ ਦੀ ਕਮੀ ਨਾਲ ਪਰਸੋਂ ਤੱਕ ਮਰ ਚੁੱਕੇ ਸੀ। ਇਹ ਮੌਤਾਂ ਦਿੱਲੀ ਬੈਠੇ ਕੁਝ ਮੁੱਠੀ ਪਰ ਲੋਕਾਂ ਦੀ ਈਗੋ ਦਾ ਹੀ ਨਤੀਜਾ ਹੈ ਦੋਸਤੋ, ਕਿਉਂਕਿ ਉਹਨਾਂ ਨੇ ਆਕਸੀਜਨ ਐਕਸਪੋਰਟ ਦੇ ਸਮੇਂ ਸਿਰ ਕੈਪ ਨਹੀਂ ਲਗਾਈ, ਜਿਸ ਦੇ ਕਾਰਨ ਸਾਡੇ ਦੇਸ਼ ਦੇ ਆਕਸੀਜਨ ਜਿਹੜੇ ਟ੍ਰੇਡਰਸ ਆ ਉਹਨਾਂ ਨੇ ਜਨਵਰੀ ਮਹੀਨੇ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 700 ਗੁਣਾ ਵੱਧ ਆਕਸੀਜਨ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤੀ। ਇੱਕ ਪਾਸੇ ਸਰਕਾਰ ਦੀ ਨਾਕਾਮੀ ਦੇ ਕਾਰਨ ਡੇਲੀ ਵਾਇਰਸ ਲੋਡ ਆ ਕੁਝ ਦਿਨਾਂ ਵਿੱਚ ਹੀ ਡਬਲ ਹੋ ਰਿਹਾ ਆ, ਫਿਰ ਡਬਲ ਦਾ 4 ਗੁਣਾ ਜਾਂ ਕਹਿ ਲਓ ਕਿ ਵੱਧਦਾ ਪਿਆ ਆ। ਅਤੇ ਦੂਜੇ ਪਾਸੇ ਇਹਨਾਂ ਦੀ ਨਲਾਇਕੀ ਦੇ ਕਾਰਨ ਬੰਬੇ ਆਕਸੀਜਨ ਵਰਗੀਆਂ ਕੰਪਨੀਆਂ ਆ ਜੋ ਆਕਸੀਜਨ ਦਾ ਉਤਪਾਦਨ ਵੀ ਨਹੀਂ ਕਰਦੀਆਂ, ਉਹਨਾਂ ਦੇ ਸ਼ੇਅਰ ਕੁਝ ਦਿਨਾਂ ਦੇ ਵਿੱਚ ਹੀ ਚੁੱਪ-ਚਪੀਤੇ 256% ਰਾਈਜ਼ ਹੋ ਜਾਂਦੇ ਨੇ। ਕੀ ਕਿਸੇ ਨੇ ਇਹਨਾਂ ਦੇ ਉੱਤੇ ਕਦੀ ਸੋਚਿਆ? ਦੋਸਤੋ, ਅੱਜ ਪੂਰੇ ਦੇਸ਼ ਦੇ ਵਿੱਚ ਜੋ ਦਹਿਸ਼ਤ ਦਾ ਮਾਹੌਲ ਹੈ ਉਸਦੇ ਅਸੀਂ ਵੀ ਉਨੇ ਜ਼ਿੰਮੇਵਾਰ ਹਾਂ ਜਿੰਨੀ ਆ ਪੂੰਜੀਵਾਦੀ ਸਾਡੀ ਸਰਕਾਰ, ਜਿਸ ਨੇ ਸਾਡੇ ਦੇਸ਼ ਨੂੰ ਸਭ ਤੋਂ ਵੱਧ ਪ੍ਰਾਈਵੇਟ ਸੈਕਟਰ ਵਾਲਾ ਦੁਨੀਆ ਦਾ 5ਵਾਂ ਦੇਸ਼ ਬਣਾ ਦਿੱਤਾ। ਪਰ ਨਾਲ ਹੀ ਆਕਸੀਜਨ ਮੈਨੂਫੈਕਚਰਰਸ ਤੋਂ ਮਰੀਜ਼ ਦੇ ਬਿਸਤਰੇ ਤੱਕ ਜਿਹੜੀ ਆਕਸੀਜਨ ਪਹੁੰਚਾਉਣ ਦਾ ਸਮਾਂ ਆ ਉਹ 3 ਤੋਂ ਵਧਾ ਕੇ 8 ਦਿਨ ਕਰ ਦਿੱਤਾ। ਦੋਸਤੋ, ਇਨਸਾਨੀਅਤ ਦੇ ਹੋ ਰਹੇ ਕਤਲ ਵਿੱਚ ਅਸੀਂ ਵਾਕਈ ਬਰਾਬਰ ਦੇ ਜ਼ਿੰਮੇਵਾਰ ਹਾਂ, ਕਿਉਂਕਿ ਜੇ ਸਾਡੇ ਆਪਣੇ ਨੂੰ ਆਕਸੀਜਨ ਜਾਂ ਬੈੱਡ ਨਹੀਂ ਮਿਲ ਰਹੇ ਤਾਂ ਕੀ ਅਸੀਂ ਆਪਣੇ MLA ਜਾਂ MP ਦੇ ਘਰਾਂ ਦਾ ਘਿਰਾਓ ਕਰਦੇ ਹਾਂ? ਕਿਉਂਕਿ ਅਸੀਂ ਕਦੀ ਆਪਣਿਆਂ ਤੋਂ ਸਵਾਲ ਨਹੀਂ ਪੁੱਛਦੇ। ਦੋਸਤੋ, ਯੋਗੀ ਸਰਕਾਰ ਨੇ ਜਿਹੜਾ ਸੰਸਕਾਰ ਫ੍ਰੀ ਦੇ ਵਿੱਚ ਕਰਨ ਦੀ ਪਾਲਿਸੀ ਬਣਾਈ। ਦਿੱਲੀ ਦੀ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਜਿਹੜੀ ਜਦੋਂ ਵੱਧਦੀ ਦੇਖੀ ਤਾਂ ਸੰਸਕਾਰ ਕਰਨ ਦੇ ਲਈ 100 ਹੋਰ ਪਲੇਟਫਾਰਮ ਬਣਾਉਣ ਦਾ ਫੈਸਲਾ ਲਿਆ। ਕੀ ਅਸੀਂ ਇਹਨਾਂ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਹ ਸਵਾਲ ਪੁੱਛਿਆ ਕਿ 1 ਸਾਲ ਦੇ ਵਿੱਚ ਬਸ 1.25 ਕਰੋੜ ਰੁਪਏ ਦੇ ਨਾਲ ਇੱਕ ਆਕਸੀਜਨ ਪਲਾਂਟ ਬਣਦਾ ਆ ਤੇ ਤੁਸੀਂ ਕਿੰਨੇ ਕੁ ਪਲਾਂਟ ਲਾਏ ਆ? ਜੇ ਗੱਲ ਆਪਾਂ ਪੰਜਾਬ ਦੀ ਕਰੀਏ, ਸਾਡੇ ਮੁੱਖ ਮੰਤਰੀ ਬਾਰ-ਬਾਰ ਇਹ ਦੱਸ ਰਹੇ ਹਨ ਕਿ ਸਟੇਟ ਦੇ ਵਿੱਚ ਆਕਸੀਜਨ ਦੀ ਕਮੀ ਆ ਤੇ ਉਹ ਖਤਮ ਹੋਣ ਦੇ ਕਗਾਰ ਤੇ ਆ। ਅਸੀਂ ਕਿਉਂ ਨਹੀਂ ਪੁੱਛ ਰਹੇ ਕਿ ਅੱਜ ਅੱਗ ਲੱਗਣ ਦੇ ਬਾਵਜੂਦ ਵੀ ਤੁਸੀਂ ਖੂਹ ਜਿਹੜਾ ਉਹ ਕਿਉਂ ਨਹੀਂ ਪੁੱਟ ਰਹੇ? ਕਿਉਂ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਪੰਜਾਬ ਵਰਗੀ ਜਿਹੜੀ ਸਟੇਟ ਆ 3 ਕਰੋੜ ਲਾਗੇ ਪਾਪੂਲੇਸ਼ਨ ਆ, ਉਹ 'ਚ ਇੱਕ ਵੀ ਲਿਕੁਇਡ ਆਕਸੀਜਨ ਮੈਨੂਫੈਕਚਰਿੰਗ ਦਾ ਪਲਾਂਟ ਕਿਉਂ ਨਹੀਂ ਲਗਵਾਇਆ ਗਿਆ? ਜਦ ਕੈਬਨਿਟ ਦੀਆਂ ਮੀਟਿੰਗ ਦੇ ਵਿੱਚ ਫ੍ਰੀ ਬੱਸ ਸੇਵਾ ਜਾਂ 12ਵੀਂ ਦੇ ਬੱਚਿਆਂ ਲਈ ਸਮਾਰਟਫੋਨਸ ਵੰਡਣ ਦਾ ਪ੍ਰਸਤਾਵ ਤਾਂ ਪਾਸ ਕਰ ਦਿੱਤਾ ਜਾਂਦਾ ਹੈ, ਪਰ ਸਟੇਟ ਦੇ ਵਿੱਚ ਇੱਕ ਲਿਕੁਇਡ ਜਿਹੜਾ ਆਕਸੀਜਨ ਮੈਨੂਫੈਕਚਰਿੰਗ ਪਲਾਂਟ ਹੈ, ਕੀ ਉਸ ਬਾਰੇ ਕਦੀ ਵਿਚਾਰ ਵੀ ਕੀਤਾ ਗਿਆ? ਦੋਸਤੋ, ਕੀ ਅਸੀਂ ਕਦੇ ਸੋਚਿਆ ਕਿ ਕਿਉਂ ਸਾਡੇ ਦੇਸ਼ ਦੇ ਸੁਪਰੀਮ ਕੋਰਟ ਨੂੰ
ਆਕਸੀਜਨ ਦੀ ਘਾਟ ਦੇ ਮਾਮਲੇ ਵਿੱਚ ਸੁਣਵਾਈ 1 ਹਫ਼ਤੇ ਬਾਅਦ ਕਰਨੀ ਪੈ ਰਹੀ ਹੈ ਅਤੇ ਅਰਨਬ ਗੋਸਵਾਮੀ ਦੀ ਜ਼ਮਾਨਤ ਦੇ ਲਈ ਅੱਧੀ ਰਾਤ ਨੂੰ ਸੁਣਾਈ ਹੋ ਜਾਂਦੀ ਹੈ। ਦੋਸਤੋ, ਅਗਰ ਹਰ ਤਰ੍ਹਾਂ ਦੇ ਟੈਕਸ ਦੇਣ ਦੇ ਬਾਵਜੂਦ ਵੀ ਤੁਹਾਡੀ ਮੌਤ ਜਿਹੜੀ ਹੈ ਉਹ ਇਸ ਕਾਰਨ ਹੋ ਰਹੀ ਹੈ ਕਿ ਤੁਹਾਨੂੰ ਆਕਸੀਜਨ ਨਹੀਂ ਮਿਲ ਰਿਹਾ, ਤੁਹਾਨੂੰ ਬੈੱਡ ਨਹੀਂ ਮਿਲ ਰਹੇ, ਜਾਂ ਸਰਕਾਰ ਦੀ ਨਲਾਇਕੀ ਦੇ ਕਾਰਨ ਹੋ ਰਹੀ ਹੈ ਤੇ ਤੁਸੀਂ ਚੁੱਪ ਬੈਠੇ ਆ, ਤਾਂ ਮੇਰਾ ਯਕੀਨ ਕਰਿਓ ਤੁਸੀਂ ਅਜੇ ਵੀ ਗੁਲਾਮ ਹੋ। ਅਤੇ ਜੋ ਲੋਕ ਪਹਿਲਾਂ ਸਿੱਧੇ ਤੌਰ ਤੇ ਦੇਸ਼ ਨੂੰ ਤਬਾਹ ਕਰ ਰਹੇ ਸੀਗੇ, ਯਾਦ ਰੱਖਿਓ ਅੱਜ ਸਿੱਧੇ ਤੌਰ ਤੇ ਇਨਸਾਨੀਅਤ ਦਾ ਘਾਣ ਕਰ ਰਹੇ ਨੇ। ਇਹ ਵਾਇਰਸ ਜਿਹੜਾ ਆ ਸ਼ਾਇਦ ਸਾਨੂੰ ਕੋਈ ਬਹੁਤ ਵੱਡਾ ਸਬਕ ਸਿਖਾਉਣ ਆਇਆ ਹੋਵੇ, ਅਤੇ ਜੇ ਤੁਸੀਂ ਅੱਜ ਵੀ ਨਾ ਬੋਲੇ ਬਹੁਤ ਦੇਰ ਹੋ ਜਾਵੇਗੀ, ਕਿਉਂਕਿ ਅੱਜ ਸਾਡੇ ਦੇਸ਼ ਦੇ ਉਹ ਹਾਲਾਤ ਕਰ ਦਿੱਤੇ ਗਏ ਹਨ ਕਿ ਸਾਡੇ ਦੇਸ਼ ਵਿੱਚ ਆਕਸੀਜਨ, ਹਸਪੀਟਲ ਬੈੱਡ ਜਾਂ ਦਵਾਈਆਂ ਜਿਹੜੀਆਂ ਆ ਉਹ ਬਲੈਕ ਹੋ ਰਹੀਆਂ ਆ, ਤੇ ਸ਼ਮਸ਼ਾਨਾਂ ਦੇ ਵਿੱਚ ਜਿਹੜੇ ਫ੍ਰੀ 'ਚ ਮਿਲਣ ਵਾਲੇ ਕਫਨ ਆ ਉਹੀ ਇਕੱਲੇ ਸਫੇਦ ਰਹਿ ਗਏ ਆ। ਯਾਦ ਰੱਖਿਓ ਦਿਨ ਦੂਰ ਨਹੀਂ ਜਦ ਇਹ ਪੂੰਜੀਵਾਦੀ ਜਿਹੜੀਆਂ ਸਰਕਾਰਾਂ ਆ ਇਹ ਤੁਹਾਨੂੰ ਰੋਟੀ ਵੀ ਬਲੈਕ ਕਰਨ ਦੇ ਲਈ ਮਜਬੂਰ ਕਰ ਦੇਣਗੀਆਂ। ਹਜੇ ਵੀ ਸਮਾਂ ਹੈ ਸਿਸਟਮ ਨੂੰ ਬਦਲਣ ਦਾ, ਸਿਸਟਮ ਬਾਰੇ ਸੋਚਣ ਦਾ, ਨਹੀਂ ਤਾਂ ਦੋਸਤੋ ਸੋਚਣ ਦਾ ਮੌਕਾ ਵੀ ਨਹੀਂ ਮਿਲਣਾ। ਅਤੇ ਹਾਂ, ਜੋ ਲੋਕ ਹਜੇ ਵੀ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੀ ਗੁਲਾਮੀ ਕਰ ਰਹੇ ਨੇ ਉਹਨਾਂ ਨੂੰ ਮੇਰੀ ਇਨਸਾਨੀਅਤ ਦੇ ਨਾਂ 'ਤੇ ਇੱਕ ਛੋਟੀ ਜਿਹੀ ਸਲਾਹ ਹੈ ਕਿ ਰੱਬ ਕਰਕੇ ਅਗਲੀ ਵਾਰ ਸਾਡੇ 'ਤੇ ਰਾਜ ਕਰਨ ਲਈ ਕੁਝ ਬਾਂਦਰਾਂ ਦੀ ਚੋਣ ਕਰ ਲਿਓ, ਕਿਉਂਕਿ ਘੱਟੋ ਘੱਟ ਇਕੱਲੇ ਕੇਲੇ ਹੀ ਚੋਰੀ ਕਰਨਗੇ, ਤੁਹਾਡੇ ਜਾਂ ਸਾਡੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਜਾਂ ਵੈਕਸੀਨੇਸ਼ਨ ਨਹੀਂ। ਸਤਿ ਸ਼੍ਰੀ ਅਕਾਲ ਜੀ।